जिन्ने जिन्ने ਚੱਕੀਆਂ ਵਾਲੇ ਕਿਸੇ ਨੇ ਕਣਕ ਤੇ ਖਰੀਦੀ ਨਹੀਂ ਆ, ਉਹ ਕਣਕ ਕੱਲੀ ਤੇ ਕੱਲੀ ਸਰਕਾਰ ਖਰੀਦ ਕੇ ਬੈਠੀ ਆ। ਇਹਨਾਂ ਨੂੰ ਜਿਹੜਾ ਉਹ 1700 ਰੁਪਈਏ ਨੂੰ ਕਣਕ ਚੱਕੀਆਂ ਵਾਲਿਆਂ ਨੂੰ ਮਿਲਦੀ ਆ। ਜੇ MSP ਦਾ ਕਾਨੂੰਨ ਨਾ ਹੋਵੇ ਤਾਂ ਸਰਕਾਰ ਜਿਹੜੀ ਕਿਸਾਨਾਂ ਨੂੰ ਰੋਲ ਕੇ ਰੱਖਦੇ ਫੜ ਕੇ। ਭਾਜਪਾ ਦਾ ਬੇੜਾ ਹੀ ਕਰਕੇ ਪਰ ਸਰਕਾਰ ਤੇ ਕਾਨੂੰਨ ਜਿਹੜਾ ਖਤਮ ਕਰਨਾ ਚਾਹੁੰਦੀ ਆ। ਸਰਕਾਰ ਤੇ ਇਹਦੇ ਬਰਾਬਰ ਜਿਹੜੀ ਪੈਰਲ ਦੂਜੀਆਂ ਮੰਡੀਆਂ ਜਿਹੜੀਆਂ ਪ੍ਰਾਈਵੇਟ ਲਿਆਉਣਾ ਚਾਹੁੰਦੀ ਆ। ਤੁਹਾਨੂੰ ਸਮਝ ਆ ਰਹੀ ਹੈ ਜਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਮਸਲਾ ਕੀ ਅਸਲ ਦੇ ਵਿੱਚ? ਸਮਝ ਤੇ ਉਹਨਾਂ ਨੂੰ ਵੀ ਪੂਰੀ ਤੇ ਪੂਰੀ ਆ ਰਹੀ। ਉਹਨਾਂ ਨੂੰ ਪੁੱਛ ਕੇ ਵੇਖੋ ਵੀ ਯੂਪੀ ਦੇ ਵਿੱਚ ਉਹਨਾਂ ਦਾ ਹਾਲ ਕੀ ਬਣਿਆ ਵਾ। ਵੀ ਉੱਥੇ 1100 ਦੇ ਲੋਕਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਕਾਗਜ਼ ਭਰ ਕੇ ਤੇ ਚੋਣ ਨਿਸ਼ਾਨ ਟਰੈਕਟਰ ਲੈ ਕੇ ਇਲੈਕਸ਼ਨ ਲੜੀ ਆ ਤੇ ਉਹ 1100 ਦੇ 1100 ਜਿੱਤੇ ਆ। ਇਹਨਾਂ ਦੀ ਪਾਰਟੀ ਦੇ ਵਿੱਚ ਘਮਾਸਾਨ ਮੱਚਿਆ ਪਿਆ ਵਾ। ਜਿਹੜੇ ਇਹਨਾਂ ਦੇ ਲੀਡਰ ਵਾ ਉਹ ਅੰਦਰੋਂ ਕਰਦੇ ਇੱਕ ਦੂਜੇ ਨਾਲ ਜੁੰਡੋ ਬਾਟਾ ਹੋਣ ਡਿਆ ਵੀ ਦੋਵਾਂ ਸੀਟਾਂ ਤੋਂ ਜਿਹੜੀ BJP ਚੱਲੀ ਸੀ ਵਾਪਸ ਤੁਸੀਂ ਦੋਵਾਂ ਦੇ ਲਿਆ ਕੇ ਛੱਡਣੀ ਆ। ਕਰੋਨਾ ਮਹਾਮਾਰੀ ਦੇ ਦੌਰਾਨ ਮੌਤ ਹੋਈ ਸੀ, ਉਹਨਾਂ ਵਾਸਤੇ ਉਹਨਾਂ ਨੇ ਅਥਰੂ ਆਏ ਸੀ, ਪਰ ਕਿਸਾਨਾਂ ਵਾਸਤੇ ਕਿਉਂ ਨਹੀਂ ਅਥਰੂ ਜਾਂ ਉਹਨਾਂ ਨਾਲ ਹਮਦਰਦੀ ਕਿਉਂ ਨਹੀਂ ਆ ਰਹੀ? ਉਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਇਹ ਤੇ ਗੱਲ ਦੱਸ ਵੀ ਜਿਹੜੀ ਦਵਾਈ ਉਹਦੇ ਤੂੰ ਬਾਹਰਲੇ ਮੁਲਕਾਂ ਨੂੰ ਵੇਚੀ ਆ, ਹੰਝੂ ਤੇਰੇ ਕਾਦੇ ਆ? ਤੇਰੀ ਧੌਣ ਤੇ ਗੋਡਾ ਰੱਖ ਕੇ ਕਾਰਪੋਰੇਟ ਜਿਹੜੇ ਬਾਹਰ ਦੇ ਤੇਰੇ ਯਾਰ ਵਾ ਨਾ ਤੇਰੇ ਕੋਲ ਦਵਾਈ ਮੰਗਾਈ, ਤੂੰ ਉਸੇ ਵੇਲੇ ਭੇਜੀ ਉੱਥੇ। BJP ਵਾਲੇ ਤਾਂ ਕਹਿੰਦੇ ਕਿਸਾਨ ਜਿਹੜੇ ਨੇ ਕਰੋਨਾ ਫੈਲਾ ਰਹੇ ਨੇ। 470 ਕਿਸਾਨ ਸ਼ਹੀਦ ਹੋਏ। ਉਹਨਾਂ ਨੇ ਕਿਹਾ ਵੀ ਤੁਹਾਡੀ ਹਰਿਆਣੇ ਦੀ ਸਰਕਾਰ ਜਿਹੜੀ BJP ਦੀ ਉਹ ਉੱਥੇ ਜਾ ਕੇ ਉਹਨਾਂ ਦੇ ਜਿਹੜਾ ਵਾ ਉਹ ਪੋਸਟਮਾਰਟਮ ਕਰਦੀ ਆ। ਉਹਨਾਂ ਨੂੰ ਪੁੱਛ ਕੇ ਵੇਖ ਲਓ ਵੀ ਕਿੰਨੇ ਦੇ ਵਿੱਚ ਆਇਆ ਵਾ। ਲੋਕਾਂ ਨੇ ਇਹਨਾਂ ਦੀ ਤਿਆਰੀ ਆਸਤੇ ਆਪਣੇ ਛਿੱਤਰ ਬੂਹਿਆਂ ਦੇ ਟੰਗੇ ਆ ਵੀ ਕਦੋਂ ਆਉਣਗੇ, ਕਦੋਂ ਇਹਨਾਂ ਦੀਆਂ ਬਾਹਾਂ ਫੜ ਕੇ ਆਪਾਂ ਸਵਾਲ ਪੁੱਛਾਂਗੇ ਇਹਨਾਂ ਨੂੰ। ਇਸ ਤਰ੍ਹਾਂ ਅੰਦਰ ਵੜ ਕੇ ਕਿੰਨਾ ਕੁ ਚਿਰ ਕੱਟ ਲੈਣਗੇ। BJP ਲੀਡਰ ਨੇ ਉਹਦਾ ਪੱਬਾ ਭਾਰ ਹੋਈ ਫਿਰਦੇ ਨੇ ਕਿ ਅਸੀਂ BJP ਦੇ ਚੁਣਾਵ ਨੇ ਜਿਹੜੇ ਆਪਣੇ ਬਲਬੂਤੇ ਜਿੱਤਨੇ ਨੇ। 2022 ਦੇ ਵਿੱਚ ਜਿਹੜਾ CM ਵੀ BJP ਦਾ ਉਹ ਬਣਾਵਾਂਗੇ। ਵੇਖੋ ਜੀ ਇੱਥੇ ਸੁਪਨੇ ਵੇਖਣ ਦਾ ਸਾਰਿਆਂ ਨੂੰ ਹੱਕ ਵਾ, ਜਿਹੜੇ ਮਰਜ਼ੀ ਉਹ ਸੁਪਨੇ ਵੇਖੀ ਜਾਣ। ਬਾਕੀ ਇਹ ਆ ਵੀ ਜਿਹੜਾ ਉਹ BJP ਨੇ ਇੱਕ ਦਲਿਤ ਪੱਤਾ ਖੇਡਿਆ ਵਾ ਵੀ ਆਪਾਂ ਜਿਹੜਾ CM ਆ ਉਹ ਦਲਿਤਾਂ 'ਚ ਬਣਾਵਾਂਗੇ, ਅਸੀਂ ਉਹਦਾ ਸਵਾਗਤ ਕਰਦੇ ਆ ਵੀ ਕੋਈ ਗੱਲ ਨਹੀਂ ਬਣਾਓ, ਪਰ ਉਹਨਾਂ ਵਾਸਤੇ ਪਹਿਲਾਂ ਯੂਪੀ ਦੇ ਮੰਦਿਰ ਤੇ ਖੋਲੋ। ਉਹਨਾਂ ਮੰਦਿਰਾਂ ਦੇ ਵਿੱਚ ਤੇ ਉਹਨਾਂ ਨੂੰ ਵੜ ਨਹੀਂ ਦਿੰਦੇ ਤੁਸੀਂ। ਉਹਨਾਂ ਦੇ ਮਨ ਦੀ ਇੱਕ ਸ਼ਰਧਾ ਵਾ ਵੀ ਅਸੀਂ ਜਾ ਕੇ ਮੱਥਾ ਟੇਕੀ ਉੱਥੇ, ਉਹਨਾਂ ਨੂੰ ਵੜ ਨਹੀਂ। ਜੇ ਚਲੇ ਜਾਣ ਤਾਂ ਉਹਨੂੰ 4-4 ਵਾਰੀ ਕੱਚੀ ਲੱਸੀ ਨਾਲ ਧੋਂਦੇ ਜੇ। ਭਾਜਪਾ ਦਾ ਬੇੜਾ ਹੀ ਕਰਕੇ ਤੁਸੀਂ ਜੁੜੇ ਹੋ ਚੈਨਲ ਪੰਜਾਬ ਨਾਲ। ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ। ਅੱਜ ਅੰਮ੍ਰਿਤਸਰ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ BJP ਲੀਡਰਾਂ ਦੇ ਘਰਾਂ ਦੇ ਬਾਹਰ ਜਿਹੜੇ ਨੇ ਆਰਡੀਨੈਂਸ ਬਿੱਲ ਦੀਆਂ ਕਾਪੀਆਂ ਸਾੜੀਆਂ ਗਈਆਂ ਨੇ। ਸੋ ਕਿਸਾਨ ਵੀਰ ਸਾਡੇ ਨਾਲ ਮੌਜੂਦ ਆ, ਗੱਲਬਾਤ ਕਰਦੇ ਅਸੀਂ ਵੀਰਾਂ ਨਾਲ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ ਜੀ? ਮੈਂ ਕਰਮਜੀਤ ਸਿੰਘ ਨੰਗਲੀ ਜੀ, ਭਾਰਤੀ ਕਿਸਾਨ ਜਨ ਏਕਤਾ ਗ੍ਰਾਹਾਂ ਬਲਾਕ ਪ੍ਰਧਾਨ ਅਟਾਰੀ ਜੀ। ਵੀਰ ਜੀ, ਸਾਲ ਹੋ ਚੱਲਿਆ ਹੈ, ਬਿੱਲ ਪਾਸ ਹੋਏ ਨੇ, 6 ਮਹੀਨੇ ਹੋ ਚੱਲੇ ਨੇ। ਦਿੱਲੀ ਬਾਰਡਰਾਂ ਤੇ ਕਿਸਾਨ ਵੀਰ ਅੰਦੋਲਨ ਕਰ ਰਹੇ ਨੇ, ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਕੀ ਕਹੋਗੇ ਇਸ ਤੇ? ਇਹ ਵੀਰ ਜੀ ਜਿਹੜਾ ਅੱਜ ਆਪਾਂ ਇੱਥੇ ਰਜਿੰਦਰ ਮੋਹਨ ਛੀਨੇ ਦੇ ਬੂਹੇ ਦੇ ਵਿੱਚ ਇਕੱਠੇ ਹੋ ਗਏ, ਇਹਦੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ। ਜਿਹੜਾ ਇਹਨਾਂ BJP ਨੇ ਬਿੱਲ ਬਣਾਇਆ ਉਹ ਤੇ ਇਹਨੂੰ ਕਾਨੂੰਨ ਆਂਦਾ, ਪਰ ਅਸੀਂ ਜਦੋਂ ਬਣਿਆ ਉਦੋਂ ਤੋਂ ਇਹਨੂੰ ਕਾਲਾ ਕਾਨੂੰਨ ਕਹਿੰਦੇ ਤੇ ਕਾਲੇ ਬਿੱਲ ਕਹਿੰਦੇ ਆ। ਵੇਖੋ ਅਸੀਂ ਇਹ ਜਿਹੜਾ ਜਦੋਂ ਉਸ ਵਕਤ ਕਰੋਨਾ ਦਾ ਬੜਾ ਭਿਆਨਕ ਦੌਰ ਚੱਲ ਰਿਹਾ, ਜਿਸ ਵਕਤ ਇਹ ਬਿੱਲ ਜਿਹੜੇ ਰਾਜ ਸਭਾ ਦੇ ਵਿੱਚ ਧੱਕੇ ਨਾਲ ਪਾਸ ਕੀਤੇ ਗਏ ਸੀ, ਉਸ ਤੋਂ ਪਹਿਲਾਂ ਅਸੀਂ ਜਿਹੜਾ ਵਾ ਇਹ ਸੰਘਰਸ਼ ਸ਼ੁਰੂ ਕੀਤਾ ਸੀ। ਪਹਿਲਾਂ ਜਦੋਂ ਚੱਲਦੇ ਦੌਰ ਦੇ ਵਿੱਚ ਅਸੀਂ ਗਲੀਆਂ ਤੋਂ ਸ਼ੁਰੂ ਕੀਤਾ, ਗਲੀਆਂ ਤੋਂ ਮਹੱਲਿਆਂ 'ਚ ਲਿਆਂਦਾ, ਮਹੱਲਿਆਂ ਤੋਂ ਪਿੰਡਾਂ 'ਚ ਲਿਆਂਦਾ, ਫਿਰ ਸ਼ਹਿਰਾਂ 'ਚ ਤੇ ਫਿਰ ਆਪਣਾ ਗਾਂ ਬਲਾਕਾਂ ਦੇ ਵਿੱਚ ਤੇ ਗਾਂ ਜ਼ਿਲ੍ਹਿਆਂ 'ਚ ਤੇ ਸੂਬੇ ਦਾ ਬਣਾ ਕੇ ਇਸ ਵਕਤ ਇਹ ਪੂਰਾ ਵਰਲਡ ਦਾ ਸੰਘਰਸ਼ ਬਣ ਚੁੱਕਿਆ ਵਾ। ਅਸੀਂ ਜਿਹੜਾ ਵਾ ਇਹਦੇ ਉੱਤੇ ਹਰ ਇੱਕ ਦੇ ਜਿਹੜਾ ਬਾਹਰਲੇ ਦੇਸ਼ ਸੂਬੇ ਆ ਜਾਂ ਜਿਸ ਤਰ੍ਹਾਂ ਵੀ ਦੇਸ਼ ਵਾ ਉਹਨਾਂ ਦੀ ਵੀ ਨਜ਼ਰ ਸਾਡੇ ਉੱਤੇ ਆ ਵੀ ਕਿਸਾਨ ਕੀ ਕਰ ਰਿਹਾ ਤੇ ਮੋਦੀ ਕੀ ਕਰ ਰਿਹਾ। ਇਹਨੇ ਸਾਡੇ ਨਾਲ ਜਿੰਨੀ ਲੁੱਟ ਖਸੁੱਟ ਕੀਤੀ, ਇੱਕ ਸਾਲ ਆਪਾਂ ਜਿਹੜਾ ਉੱਥੇ ਠੰਡ ਦੇ ਵਿੱਚ ਵੀ ਆਪਾਂ ਪਏ ਰਹੇ ਆ, ਹੁਣ ਗਰਮੀ ਵੀ ਜਿਹੜੀ ਪੂਰੀ ਦੀ ਪੂਰੀ ਸਹਾਰ ਰਹੇ ਆ, ਉਹਦੇ ਬਾਵਜੂਦ ਵੀ ਇਹ ਜਿਹੜੀ ਸਰਕਾਰ ਵਾ ਇਹ ਗੂੰਗੀ ਤੇ ਬੋਲੀ ਹੋਈ ਆ। ਇਹਨੂੰ ਜਗਾਉਣ ਵਾਸਤੇ ਅੱਜ ਫੇਰ ਜਿਹੜੇ ਸਾਡੇ ਹਰ ਤਰ੍ਹਾਂ ਦੇ ਐਕਸ਼ਨ ਹੁੰਦੇ ਆ, ਉਹਦੇ ਵਿੱਚ ਇੱਕ ਇਹ ਐਕਸ਼ਨ ਵੀ ਇਹਨਾਂ ਦੇ ਬੂਹਿਆਂ 'ਚ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣ ਤੇ ਇਹਨਾਂ ਦਾ ਪਿੱਟ ਸਿਆਪਾ ਕੀਤਾ ਜਾਵੇ। ਵੀਰ ਜੀ, ਸਾਲ ਹੋ ਚੱਲਿਆ, ਪਹਿਲਾਂ ਜੇਲ੍ਹ ਭਰੋ ਅੰਦੋਲਨ, ਫਿਰ ਰੇਲ ਰੋਕੋ ਅੰਦੋਲਨ, ਫਿਰ ਦਿੱਲੀ ਬਾਰਡਰਾਂ ਦੇ ਅੰਦੋਲਨ, ਪਰ ਮੋਦੀ ਸਰਕਾਰ ਵੱਲੋਂ ਕੋਈ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਲਿਆ ਜਾ ਰਿਹਾ। ਤੁਸੀਂ ਆਏ ਦਿਨ ਹੀ ਜਿਹੜਾ ਵਿਰੋਧ ਕਰ ਰਹੇ ਹੋ, ਰੋਸ ਪ੍ਰਦਰਸ਼ਨ ਕੀਤੇ ਜਾਂਦੇ ਆ। ਕੀ ਜਾਪਦਾ ਇਸ ਤਰ੍ਹਾਂ ਬਿੱਲ ਰੱਦ ਹੋ ਜਾਣ ਜੀ? ਵੇਖੋ ਜਿਹੜੇ ਕਾਲੇ ਕਾਨੂੰਨ ਆ ਜੀ, ਇਹ ਅੱਜ ਤੋਂ 100 ਸਾਲ ਪਹਿਲਾਂ ਆਏ। ਜਿਹੜੀ ਸਾਡੀ ਇਹ ਲੜਾਈ ਹੈ ਚਾਚੇ ਅਜੀਤ ਸਿੰਘ ਹੁਣਾਂ ਲੜੀ ਸੀ, ਉਦੋਂ ਇਹਨੂੰ 9 ਮਹੀਨੇ ਲੱਗ ਗਏ ਸੀ। ਅਸੀਂ ਉਹ ਗੱਲ ਨੂੰ ਲੈ ਕੇ ਚੱਲੇ ਹਾਂ ਕਿ ਭਗਤ ਸਿੰਘ ਹੁਣੀ ਇੱਕ ਗੱਲ ਕਹਿੰਦੇ ਭਗਤ ਸਿੰਘ ਦੇ ਵਾਰਸ ਆ, ਉਸੇ ਦੀ ਜਮਾਤ ਵਾ ਜਿਹੜੀ ਭਾਰਤੀ ਕਿਸਾਨ ਜਨ ਏਕਤਾ ਗ੍ਰਾਹਾਂ। ਇਹ ਮੰਨਦੀ ਵੀ ਇਸ ਗੱਲ ਨੂੰ ਵੀ ਭਗਤ ਸਿੰਘ ਦੀ ਜਮਾਤ ਵਾ। ਭਗਤ ਸਿੰਘ ਇਹ ਗੱਲ ਕਹਿੰਦਾ ਵੀ ਜਿਹੜੇ ਕਾਲੇ ਅੰਗਰੇਜ਼ ਵਾ ਇਹ ਤੇ ਜਿਹੜੇ ਗੋਰੇ ਅੰਗਰੇਜ਼ ਅਸੀਂ ਭਜਾ ਦੇਣੇ ਆ। ਜਿਹੜੇ ਕਾਲੇ ਅੰਗਰੇਜ਼ ਜਦੋਂ ਤੁਹਾਡੇ ਉੱਤੇ ਰਾਜ ਕਰਨਗੇ ਇਹਨਾਂ ਦਾ ਕੀ ਕਰੋਗੇ? ਅਸੀਂ ਮੰਨ ਕੇ ਚੱਲਦੇ ਹਾਂ ਵੀ ਉਹਨਾਂ ਨਾਲੋਂ 4 ਗੁਣਾ ਵੱਧ ਸ਼ਕਤੀਸ਼ਾਲੀ ਹੋ ਕੇ ਇੱਥੇ ਬਹਿ ਗਏ ਆ, ਪਰ ਅਸੀਂ ਇਹਨਾਂ ਨੂੰ ਵੀ ਇਹਨਾਂ ਦਾ ਮਲੀਆ ਮੇਟ ਕਰਨ 'ਚ ਕੋਈ ਕਸਰ ਨਹੀਂ ਛੱਡਾਂ, ਕਿਉਂਕਿ ਸਾਡੀ ਹੱਕ ਦੇ ਸੱਚ ਦੀ ਲੜਾਈ ਆ, ਸਾਡੀ ਰੋਜੀ ਦੀ ਤੇ ਸਾਡੇ ਕਿੱਤੇ ਦੀ ਲੜਾਈ ਆ। ਜੇ ਰੋਜੀ ਤੇ ਕਿੱਤਾ ਤਬਾਹ ਹੋ ਗਿਆ ਤੇ ਸੰਸਾਰ ਤਬਾਹ ਹੋ ਜਾਊਗਾ। ਇਹ ਜਿਹੜੇ ਬੈਠੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਆਪਣੇ ਆਪ ਤੇ ਖਾਣ ਪਕਾਉਣ ਜੋਗੇ ਵੀ ਨਹੀਂ ਆ। ਇਹੋ ਹੀ ਮਜ਼ਦੂਰ ਤੇ ਕਿਸਾਨ ਵਾ ਜਿਹੜੇ ਇਹਨਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਂਦੇ ਆ। ਇਹ ਆਪਣੇ ਆਪ ਤਬਾਹ ਹੋ ਜਾਣਗੇ, ਪਰ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ। ਇਹਨਾਂ ਨੂੰ ਇਹ ਸਮਝਾਉਣ ਵਾਸਤੇ ਅਸੀਂ ਸਾਰਾ ਜ਼ੋਰ ਲਾ ਰਹੇ ਹਾਂ। ਵੀਰ ਜੀ, ਅੰਨਦਾਤਾ ਰਿਹਾ ਜਾਂਦਾ ਕਿਸਾਨ ਵੀਰ ਨੂੰ, ਪਰ ਅੰਨਦਾਤਾ ਜਿਹੜਾ ਇਸ ਵੇਲੇ ਰੁਲ ਰਿਹਾ, ਸਾਲ ਹੋ ਚੱਲਿਆ, ਅੰਨਦਾਤੇ ਦੀ ਪਰਵਾਹ ਨਹੀਂ ਕੀਤੀ ਜਾ ਰਹੀ, ਅੰਨਦਾਤੇ ਦੀ ਸਾਰ ਨਹੀਂ ਲਈ ਜਾ ਰਹੀ। ਕੀ ਕਹੋਗੇ ਇਸ ਤੇ?
ਇਹ ਜਿਹੜੀ ਸਰਕਾਰ ਹੈ ਅਣਦਾਤੇ ਨੂੰ ਮੂਰਖ ਬਣਾਉਣ ਤੇ ਤੁੱਲੀ ਆ ਜੀ। ਇਹ ਵੇਖੋ ਕਾਰਪੋਰੇਟ ਘਰਾਣੇ ਜਿਹੜੇ ਉਹਨਾਂ ਨੂੰ ਇਹ ਕਿਸਾਨ ਦੱਸਦੀ ਆ ਤੇ ਜਿਹੜੇ ਕਿਸਾਨ ਵਾ ਉਹਨਾਂ ਨੂੰ ਇਹ ਸਮਝਦੀ ਕੱਖ ਨਹੀਂ ਆ। ਇੱਕ ਪਾਸੇ ਵੇਖਿਆ ਜਾਵੇ ਜਦੋਂ ਅੰਦੋਲਨ ਨਵਾਂ ਸ਼ੁਰੂ ਹੋਇਆ ਇਹਨਾਂ ਨੇ ਬੜੀਆਂ ਜਥੇਬੰਦੀਆਂ ਲੈਂਦੀਆਂ ਕਿਸਾਨਾਂ ਦੀਆਂ, ਕਿਸਾਨ ਬਣਾ ਕੇ ਤੇ ਮੋਦੀ ਸਾਹਿਬ ਨਾਲ ਮੁਲਾਕਾਤ ਕਰਾਉਂਦੇ ਸੀ। ਉਹ ਮੁੜ ਕੇ ਮਰ ਖਾ ਵੀ ਗਏ, ਪਤਾ ਨਹੀਂ ਕਿਹੜੇ ਪਾਸੇ ਚਲ ਗਏ ਜਦੋਂ ਲੋਕਾਂ ਨੇ ਪਛਾਣ ਲਿਆ ਵੀ ਇਹਦੇ ਫਲਾਣਾ ਬੀਜੇਪੀ ਦਾ ਲੀਡਰ ਫਲਾਣਾ ਲੀਡਰ ਵਾ। ਇਸੇ ਤਰ੍ਹਾਂ ਜਿਹੜਾ ਵਾ ਇਹ ਸਾਨੂੰ ਜਿਹੜਾ ਵੇਖੋ ਤੁਸੀਂ ਆਪਾਂ ਕਣਕ 1975 ਰੁਪਏ ਵੇਚੀ ਆ, ਅੱਜ ਬਾਜ਼ਾਰ ਦੇ ਵਿੱਚ ਕਣਕ 1700 ਭਾਅ ਵਾ। ਇਹ ਦੱਸੋ ਵੀ ਜੇ ਜਿੰਨੇ ਚੱਕੀਆਂ ਵਾਲੇ ਕਿਸੇ ਨੇ ਕਣਕ ਤੇ ਖਰੀਦੀ ਨਹੀਂ ਆ, ਉਹ ਕਣਕ ਕੱਲੀ ਤੇ ਕੱਲੀ ਸਰਕਾਰ ਖਰੀਦ ਕੇ ਬੈਠੀ ਆ। ਇਹਨਾਂ ਨੂੰ ਜਿਹੜਾ ਉਹ 1700 ਰੁਪਈਏ ਨੂੰ ਕਣਕ ਚੱਕੀਆਂ ਵਾਲਿਆਂ ਨੂੰ ਮਿਲਦੀ ਆ। ਜੇ ਐਮਐਸਪੀ ਦਾ ਕਾਨੂੰਨ ਨਾ ਹੋਵੇ ਤੇ ਸਰਕਾਰ ਜਿਹੜੀ ਕਿਸਾਨਾਂ ਨੂੰ ਰੋਲ ਕੇ ਰੱਖਦੇ ਫੜ ਕੇ। ਆ ਵੇਖੋ ਇੱਕ ਤੁਹਾਨੂੰ ਉਦਾਹਰਨ ਦਿੰਦੇ ਆ ਵੀ ਵੇਰਕਾ ਦੁੱਧ ਵਾ ਉਹਦਾ 6.5 ਦਾ ਰੇਟ 42 ਰੁਪਈਏ ਵੱਜਾ ਵਾ। ਜਿਹੜਾ ਸ਼ਹਿਰ ਦੁੱਧ ਵੇਚਣ ਆਉਂਦਾ ਉਹ 52 ਰੁਪਏ ਦੁੱਧ ਵੇਚਦਾ। ਉਹਦਾ ਕਾਰਨ ਕੀ ਵੀ ਇਹਨਾਂ ਨੂੰ ਪਤਾ ਵਾ ਵੀ ਜੇ ਇਹਨਾਂ ਨੂੰ 42 ਰੁਪਏ ਵੇਚਣਾ, ਇਹਨਾਂ ਦੇ ਘਰਾਂ 'ਚ ਗੱਡੀਆਂ ਆਉਂਦੀਆਂ, ਪਿੰਡ ਗੱਡੀ ਜਾਂਦੀ, ਉੱਥੇ ਵੇਚ ਲੈਣ। ਜੇ ਇਹਨਾਂ ਹਿੰਮਤ ਕਰਕੇ ਸ਼ਹਿਰ ਆਉਂਦੇ ਆ ਤੇ 10 ਰੁਪਏ ਵਾਧੇ ਕਰਕੇ ਆਉਂਦੇ ਤੇ ਇਹਨਾਂ ਨੂੰ 10 ਰੁਪਏ ਵੱਧ ਦੇਣੇ ਪੈਣੇ ਆ। ਦੂਜੇ ਪਾਸੇ ਸਰਕਾਰ ਜਿਹੜੀ ਆ ਐਮਐਸਪੀ ਦੇ ਕਾਨੂੰਨ ਜਿਹੜਾ ਉਹ ਬਣਾ ਹੀ ਨਹੀਂ ਰਹੀ। ਜੇ ਐਮਐਸਪੀ ਦੇ ਕਾਨੂੰਨ ਬਣ ਜੇ ਤੇ ਆਪੇ ਆਟੋਮੈਟਿਕ ਜਿਹੜੀ ਆ ਫਸਲਾਂ ਦਾ ਭਾਅ ਆ ਇਹ ਆਪੇ ਵੱਧ ਵਿਕੇ। ਪਰ ਸਰਕਾਰ ਤੇ ਇਹ ਕਾਨੂੰਨ ਜਿਹੜਾ ਖਤਮ ਕਰਨਾ ਚਾਹੁੰਦੀ ਆ। ਸਰਕਾਰ ਤੇ ਇਹਦੇ ਬਰਾਬਰ ਜਿਹੜੀ ਪੈਰਲ ਦੂਜੀਆਂ ਮੰਡੀਆਂ ਜਿਹੜੀਆਂ ਪ੍ਰਾਈਵੇਟ ਲਿਆਉਣਾ ਚਾਹੁੰਦੀ ਆ। ਪ੍ਰਾਈਵੇਟ ਅਦਾਰੇ ਸਿਰਫ ਵੇਰਕਾ ਇਹ ਭਾਅ ਖਰੀਦਾ, ਜਿਹੜੀਆਂ ਬਾਹਰ ਦੀਆਂ ਮੰਡੀਆਂ ਆ ਜਿਹੜਾ ਬਾਹਰ ਦਾ ਦੁੱਧ ਕੱਚੇ ਦੁੱਧ ਦਾ ਰੇਟ ਵਾ ਉਹ ਵੇਰਕਾ 42 ਰੁਪਏ ਦੇ ਰਿਹਾ ਤੇ ਜਿਹੜਾ ਬਾਹਰ ਦੀਆਂ ਪ੍ਰਾਈਵੇਟ ਕਾਰਪੋਰੇਟ ਘਰਾਣੇ ਆ ਇਹ 6 ਦਾ 32 ਤੋਂ 35 ਰੁਪਏ ਦੇ ਰਹੇ ਆ। ਇਸੇ ਤਰ੍ਹਾਂ ਇਹ ਬਰਾਬਰ ਮੰਡੀਆਂ ਖੜੀਆਂ ਕਰਕੇ ਸਾਡੀ ਲੁੱਟ ਖਸੁੱਟ ਕਰਾਉਣਾ ਚਾਹੁੰਦੀ ਆ। ਇਹਨੂੰ ਕਿਸਾਨ ਜਿਹੜੇ ਆ ਉਹ ਕਾਰਪੋਰੇਟ ਘਰਾਣੇ ਦਿੰਦੇ ਆ, ਸਾਨੂੰ ਨਹੀਂ ਦੇਖਦੇ। ਇਹ ਤਾਂ ਸਾਲ ਹੋ ਚੱਲਿਆ ਜੀ, ਤੁਸੀਂ ਸਾਰੇ ਦੱਸ ਰਹੇ ਹੋ ਜੀ ਜਿਹੜੇ ਬਿੱਲ ਨੇ ਕਿਸਾਨਾਂ ਲਈ ਡੈਥ ਵਾਰੰਟ ਨੇ, ਲਾਹੇਵੰਦ ਨਹੀਂ ਨੇ, ਪਰ ਤੁਹਾਨੂੰ ਸਮਝ ਆ ਰਹੀ ਹੈ ਜਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਕੀ ਮਸਲਾ ਕੀ ਅਸਲ ਦੇ ਵਿੱਚ? ਸਮਝ ਤੇ ਉਹਨਾਂ ਨੂੰ ਵੀ ਪੂਰੀ ਤੇ ਪੂਰੀ ਆ ਰਹੀ। ਉਹਨਾਂ ਨੂੰ ਪੁੱਛ ਕੇ ਵੇਖੋ ਵੀ ਯੂਪੀ ਦੇ ਵਿੱਚ ਉਹਨਾਂ ਦਾ ਹਾਲ ਕੀ ਬਣਿਆ ਵਾ। ਯੂਪੀ ਦੇ ਵਿੱਚ ਐਡਾ ਮੰਦਾ ਹਾਲ ਉਹਨਾਂ ਦਾ ਹੋਇਆ ਵਾ ਵੀ ਉੱਥੇ ਜਿਹੜੀਆਂ ਇਹਨਾਂ ਦੀਆਂ ਪੰਚਾਇਤੀ ਚੋਣਾਂ ਹੋਈਆਂ ਉਹਦੇ ਵਿੱਚ ਉੱਥੇ ਸਾਨੂੰ ਪਤਾ ਲੱਗਾ ਵਾ, ਉਦੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਬੋਲਿਆ ਗਿਆ ਵਾ ਵੀ ਉੱਥੇ 1100 ਦੇ ਲੋਕਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਕਾਗਜ਼ ਭਰ ਕੇ ਤੇ ਚੋਣ ਨਿਸ਼ਾਨ ਟਰੈਕਟਰ ਲੈ ਕੇ ਇਲੈਕਸ਼ਨ ਲੜੀ ਆ ਤੇ ਉਹ 1100 ਦੇ 1100 ਜਿੱਤੇ ਆ। ਇਹਨਾਂ ਦੀ ਪਾਰਟੀ ਦੇ ਵਿੱਚ ਘਮਾਸਾਨ ਮੱਚਿਆ ਪਿਆ ਵਾ। ਜਿਹੜੇ ਇਹਨਾਂ ਦੇ ਲੀਡਰ ਵਾ ਉਹ ਅੰਦਰ ਕਰਤੇ ਇੱਕ ਦੂਜੇ ਨਾਲ ਜੁੰਡੋ ਬਾਟਾ ਹੋਣ ਡਿਆ ਵੀ ਦੋਵਾਂ ਸੀਟਾਂ ਤੋਂ ਜਿਹੜੀ ਬੀਜੇਪੀ ਚੱਲੀ ਸੀ ਵਾਪਸ ਤੁਸੀਂ ਦੋਵਾਂ ਦੇ ਲਿਆ ਕੇ ਛੱਡਣੀ ਆ। ਪਰ ਜਿਹੜੇ ਮੋਦੀ ਸਾਹਿਬ ਪਤਾ ਨਹੀਂ ਕਿਹੜੇ ਗਰੂਰ ਦੇ ਵਿੱਚ ਬੈਠੇ ਆ, ਜੇ ਕਿਤੇ ਰੋਂਦੇ ਵੀ ਆ ਤੇ ਮਗਰਮੱਛ ਦੇ ਹੰਝੂ ਵਹਾਉਂਦੇ ਵੀ ਆ ਤਾਂ ਉਹ ਆਪਣਿਆਂ ਨੂੰ ਰੋਈ ਜਾਂਦੇ ਆ। ਹੁਣ ਜਿਹੜੇ ਇੰਨੇ 476 ਕਰੀਬ ਦੇ ਕਿਸਾਨ ਸ਼ਹੀਦ ਹੋ ਗਏ ਨਾ, ਆਸਤੇ ਕਦੀ ਉਹਨਾਂ ਦੇ ਅੱਖ 'ਚੋਂ ਇੱਕ ਵੀ ਹੰਝੂ ਨਹੀਂ ਆਇਆ। ਪਰ ਪਿਛਲੇ ਦਿਨ ਹੀ ਜਦੋਂ ਮੋਦੀ ਸਾਹਿਬ ਲਾਈਵ ਹੋਏ ਸੀ ਤਾਂ ਜਿਨ੍ਹਾਂ ਦੀ ਕਰੋਨਾ ਮਹਾਮਾਰੀ ਦੇ ਦੌਰਾਨ ਮੌਤ ਹੋਈ ਸੀ ਉਹਨਾਂ ਵਾਸਤੇ ਉਹਨਾਂ ਨੇ ਅਥਰੂ ਆਏ ਸੀ, ਪਰ ਕਿਸਾਨਾਂ ਵਾਸਤੇ ਕਿਉਂ ਨਹੀਂ ਅਥਰੂ ਜਾਂ ਉਹਨਾਂ ਨਾਲ ਹਮਦਰਦੀ ਕਿਉਂ ਨਹੀਂ ਆ ਰਹੀ? ਉਹਨੂੰ ਪੁੱਛਣ ਵਾਲਾ ਹੋਵੇ ਵੀ ਤੂੰ ਇਹ ਤੇ ਗੱਲ ਦੱਸ ਵੀ ਜਿਹੜੀ ਦਵਾਈ ਉਹਦੇ ਤੋਂ ਬਾਹਰਲੇ ਮੁਲਕਾਂ ਨੂੰ ਵੇਚੀ ਆ, ਹੰਝੂ ਤੇਰੇ ਕਾਦੇ ਆ? ਤੇਰੀ ਧੌਣ ਤੇ ਗੋਡਾ ਰੱਖ ਕੇ ਕਾਰਪੋਰੇਟ ਜਿਹੜੇ ਬਾਹਰ ਦੇ ਤੇਰੇ ਯਾਰ ਵਾ ਨਾ ਤੇਰੇ ਕੋਲ ਦਵਾਈ ਮੰਗਾਈ, ਤੂੰ ਉਸੇ ਵੇਲੇ ਭੇਜੀ ਉੱਥੇ। ਪਰ ਸਾਡੇ ਪੰਜਾਬ ਦੇ ਵਿੱਚ ਅੱਜ ਦਵਾਈਆਂ ਕਿੱਧਰ ਗਈਆਂ? ਜਿਹੜੇ ਆਪਣਾ ਜਿੰਨੇ ਹਸਪੀਟਲ ਆ ਸਾਰੇ ਦਵਾਈਆਂ ਤੋਂ 7-7 ਦਿਨ ਦੀ ਵੇਟਿੰਗ ਚੱਲਣ ਦੀ ਜੇ ਕਿਸੇ ਨੇ ਦਵਾਈ ਲਾਉਣੀ ਆ ਤੇ ਉਹਦੇ ਵਾਸਤੇ ਤੇਰਾ ਪਹਿਲਾਂ ਪ੍ਰਬੰਧ ਕਰਨਾ ਚਾਹੀਦਾ ਵੀ ਤੂੰ ਕੀ ਕੀਤਾ ਸਾਡੇ ਵਾਸਤੇ। ਮਗਰਮੱਛ ਦੇ ਹੰਝੂ ਵਹਾਉਣ ਕਿਹਦੇ ਵਾਸਤੇ ਡਿਆ ਵਾ? ਸੁਸ਼ਮਾ ਸਵਰਾਜ ਵਾਸਤੇ ਵਹਾਉਣ ਡਿਆ ਵਾ ਕਿ ਜਾਂ ਜਿਹੜੇ ਤੇਰੇ ਦੂਜੇ ਸਾਥੀ ਚੱਲ ਗਏ ਉਹਨਾਂ ਵਾਸਤੇ ਵੀ ਦਿਲੋਂ ਤੇ ਤੁਸੀਂ ਖੁਸ਼ੀ ਮਨਾਉਂਦੇ ਨੇ ਵੀ ਸ਼ੁਕਰ ਆ 2 ਕੁਰਸੀਆਂ ਛੁੱਟੀਆਂ, ਕੋਈ ਹੋਰ ਨਵਾਂ ਲੀਡਰ ਗਾਂ ਲਿਆਵਾਂਗੇ ਤੇ ਆਪਣੇ ਕੰਮਕਾਰ ਕਰਾਵਾਂਗੇ। ਇਹ ਸਿਰਫ ਸਾਨੂੰ ਮੂਰਖ ਬਣਾਉਣ ਵਾਸਤੇ ਸਾਰਾ ਕੁਝ ਕਰਦੇ ਆ। ਔਰ ਇਹਨਾਂ ਦਾ ਜੇ ਸਾਡੇ ਪ੍ਰਤੀ ਥੋੜਾ ਵੀ ਇਹਨਾਂ ਦੇ ਮਨਾਂ ਦੇ ਵਿੱਚ ਹੋਵੇ ਨਾ ਵੀ ਇਹ ਲੋਕ ਬੈਠੇ ਆ 1 ਸਾਲ ਤੋਂ ਬੈਠੇ ਆ, ਸਿਆਲ ਵੀ ਉੱਥੇ ਕੱਟਣ ਦੇ ਆ, ਧੁੱਪਾਂ ਵੀ ਉੱਥੇ ਕੱਟਣ ਦੇ, ਉੱਥੇ ਦਰਖਤ ਵੀ ਕੋਈ ਨਹੀਂ। ਇੱਥੇ ਤਾਂ ਆਪਾਂ ਦਰਖਤਾਂ ਥੱਲੇ ਖਲੋ ਜਾਂਦੇ ਆ, ਬਿਲਕੁਲ ਉੱਥੇ ਜਿਹੜੇ ਸ਼ੈੱਡ ਵਾ ਉਹ ਵੀ ਟੀਨਾ ਦੇ ਅੰਦਰ ਖਾਤੇ ਬੈਠਾ ਨਹੀਂ ਜਾ ਰਿਹਾ। ਪਰ ਇਹਨਾਂ ਨੂੰ ਸਾਡੇ ਉੱਤੇ ਕੋਈ ਤਰਸ ਨਹੀਂ ਆ, ਸਿਰਫ ਆਪਣੇ ਕਾਰਪੋਰੇਟ ਘਰਾਣਿਆਂ ਦੇ ਉਹ ਜੁੰਡਲੀ ਦੀ ਜਿਹੜੀ ਮਦਦ ਕਰਨ ਵਾਸਤੇ, ਉਹਨਾਂ ਦੇ ਜਹਾਜ਼ਾਂ 'ਚ ਝੂਟੇ ਲੈਣ ਵਾਸਤੇ ਇਹ ਸਾਰਾ ਕੁਝ ਕਰਨ ਡਿਆ। ਪਰ ਅਸੀਂ ਵੀ ਇਹਨਾਂ ਦਾ ਪਿੱਟ ਸਿਆਪਾ ਬਰਾਬਰ ਕਰਦੇ ਰਵਾਂਗੇ ਤੇ ਕਾਨੂੰਨ ਵਾਪਸ ਕਰਾ ਕੇ ਆਵਾਂਗੇ। ਵੀਰੇ ਜੇ ਗੱਲ ਕਰੀਏ ਸਾਲ ਹੋ ਚੱਲਿਆ, ਠੰਡ ਦੇ ਵਿੱਚ ਵੀ ਕਿਸਾਨ ਵੀ ਡਟੇ ਰਹੇ ਸੀ। ਹੁਣ ਮੌਸਮ ਜਿਹੜਾ ਗਰਮੀ ਦਾ ਹੈ, ਜੇ ਕਿਸਾਨਾਂ ਨੇ ਆਪਣੇ ਸਹੂਲਤ ਵਾਸਤੇ ਜਾਂ ਆਪਣੇ ਰਹਿਣ ਵਾਸਤੇ ਉੱਤੇ ਏਸੀ ਦੀ ਪ੍ਰਬੰਧ ਕੀਤੇ ਹੋਏ ਨੇ ਜਾਂ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ, ਉਸ ਨੂੰ ਲੈ ਕੇ ਹਿੰਦੂ ਨੇਤਾ ਨੇ ਜਿਹੜੇ ਹੁਣ ਬੀਜੇਪੀ ਲੀਡਰਾਂ ਦੇ ਨਾਲ ਉਹ ਵੀ ਬਿਆਨ ਦੇ ਰਹੇ ਨੇ ਕਿ ਜਿਹੜੇ ਕਿਸਾਨ ਨੇ ਅੰਦੋਲਨ ਨਹੀਂ ਕਰ ਰਹੇ ਉੱਥੇ ਪਿਛਣੀ ਮਨਾ ਰਹੇ ਨੇ। ਉਹਨਾਂ ਨੇ ਕਿਹਾ ਉਹ ਸਾਡੇ ਨਾਲ ਬਹੁ, ਐਵੇਂ ਕੁੱਲੂ ਮਨਾਲੀ ਦੀਆਂ ਪਹਾੜੀਆਂ 'ਚ ਘੁੰਮਦੇ ਫਿਰਦੇ, ਐਵੇਂ ਖਰਚ ਕਰਦੇ, ਖਰਚਾ ਵੇਖ ਕੋਲ ਦਿੰਨੇ ਆਓ ਉੱਥੇ ਤੁਸੀਂ ਵੀ ਪਿਕਨਿਕ ਬਣਾਓ, 4 ਦਿਨ ਰਹਿ ਕੇ ਵੇਖੋ ਵੀ ਕਿੱਡਾ ਮੋਟਾ ਮੱਛਰ ਆ ਉੱਥੇ ਤੇ ਦੁਪਹਿਰੇ ਧੁੱਪੇ ਕਿਤਰਾ ਕੱਟੀ ਦੀ ਆ। ਆਓ ਬਹੁ ਆਓ, ਤੁਹਾਨੂੰ ਵੀ ਪਿਕਨਿਕ ਮਨਾਉਣੇ, ਅਸੀਂ ਤੁਹਾਡੇ ਕੋਲ ਖਰਚਾ ਥੋੜਾ ਮੰਗਦੇ, ਕਿਤੇ ਸਾਡੇ ਨਾਲ ਤੇ ਚੱਲ ਕੇ ਵੇਖੋ, ਨਾਲੇ ਤੁਹਾਨੂੰ ਹੱਕਾਂ ਪ੍ਰਤੀ ਲੜਨ ਦੀ ਇਜਾਜ਼ਤ ਦੱਸੀਏ। ਉਹ ਤੁਸੀਂ ਤੇ ਭਗਤ ਸਿੰਘ ਨੂੰ ਅੱਜ ਤੱਕ ਸ਼ਹੀਦੇ ਦਾ ਵਾਰ ਦੱਸਿਆ ਨਹੀਂ, ਅਸੀਂ ਕਹਿੰਦੇ ਫਿਰਦੇ ਹਾਂ ਸ਼ਹੀਦ ਵਾ, ਕਿਤੇ ਸਾਡੇ ਸੰਵਿਧਾਨ ਨੇ ਉਹਨੂੰ ਆਖਿਆ ਵਾ ਵੀ ਸ਼ਹੀਦ ਆ। ਇਹ ਉਹੀ ਲੋਕ ਵਾ ਸਿਰਫ ਆਪਣੇ ਰੋਜੀ ਰੋਟੀ ਤੱਕ, ਆਪਣੀਆਂ ਦੁਕਾਨਾਂ ਚਲਾਉਣ ਤੱਕ ਜਾਂ ਆਪਣੇ ਜਿਹੜੇ ਨਿੱਕੇ ਮੋਟੇ ਆ ਕਾਰੋਬਾਰ ਆਪਣੀਆਂ ਸਿਕਿਉਰਟੀਆਂ ਲੈਣ ਤੱਕ ਹੈਗੇ ਆ। ਇਹ ਸਿਰਫ ਉਹਦੇ ਕਰਕੇ ਕਰਦੇ ਆ, ਹੋਰ ਇਹਨਾਂ ਨੂੰ ਪਤਾ ਖਦਾ ਕੱਖ ਵੀ ਨਹੀਂ ਕਿਸੇ ਗੱਲ ਦਾ। ਕੀ ਜਾਪਦਾ ਜੀ ਜਦੋਂ ਅੰਦੋਲਨ ਲੰਬੇ ਹੋ ਜਾਂਦੇ ਨੇ ਉਹਨਾਂ ਦਾ ਹੱਲ ਜਿਹੜਾ ਪੋਜ਼ਿਟਿਵ ਆਏਗਾ? ਕਿਉਂਕਿ ਜ਼ਿਆਦਾਤਰ ਲੰਬੇ ਅੰਦੋਲਨ ਹੋ ਜਾਂਦੇ ਨੇ, ਸਾਥੀ ਜਿਹੜੇ ਨੇ ਸਾਥ ਛੱਡ ਜਾਂਦੇ ਨੇ। ਤੁਹਾਨੂੰ ਕੀ ਜਾਪਦਾ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਇਹ ਲੰਬਾ ਹੁੰਦਾ ਜਾ ਰਿਹਾ, ਇਹਦਾ ਹੱਲ ਨਿਕਲੇਗਾ? ਅਸੀਂ ਤੇ ਇਹ ਗੱਲ ਕਹਿੰਦੇ ਜਿਉਂ-ਜਿਉਂ ਭਿੱਜੇ ਕੰਬਲੀ ਤੇ ਤਿਉਂ-ਤਿਉਂ ਭਾਰੀ ਹੋ। ਜਦੋਂ ਅਸੀਂ ਇੱਥੋਂ ਪਹਿਲਾਂ ਤੁਰੇ ਹਾਂ, ਅਸੀਂ ਵੀ ਇੱਥੋਂ ਬਲਾਕ ਅਟਾਰੀ ਤੋਂ ਸਿਰਫ ਆਪਾਂ 2-4 ਬੰਦੇ ਹਾਂ। ਅੱਜ ਤੁਸੀਂ ਇਕੱਠ ਵੇਖਿਆ ਵੀ ਕਿੱਡਾ ਵੱਡਾ ਸੀ। ਇਹ ਸਾਰੇ ਸਾਲ ਦੇ ਵਿੱਚ ਵਧੇ ਹੀ ਆ।
ਇਹ ਵੱਧ ਫੁੱਲ ਰਿਹਾ ਦਰਖਤ, ਜਿਹੜਾ ਦਰਖਤ ਇਹ ਕਿਸਾਨਾਂ ਦਾ ਵਾ ਅੱਗੇ ਨਾਲੋਂ ਵੱਧ ਫੁੱਲ ਰਿਹਾ। ਇਹ ਸਰਕਾਰ ਨੂੰ ਜਿਹੜਾ ਵਾ ਯੂਪੀ ਦੇ ਵਿੱਚ ਅਸੀਂ ਦੱਸ ਚੁੱਕੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਤੇਰੇ ਪੈਰਾਂ ਥੱਲੇ ਜ਼ਮੀਨ ਕੱਢਤੀ ਆ, ਤੇ ਜਦੋਂ ਇਹਨਾਂ ਨੂੰ ਇੱਥੋਂ ਸਾਰੇ ਹਿੰਦੁਸਤਾਨ ਦੇ ਵਿੱਚ 2 ਸੀਟਾਂ ਆਈਆਂ ਫਿਰ ਇਹਨਾਂ ਨੂੰ ਪਤਾ ਲੱਗੂ ਵੀ ਕਿਹੜੀ ਗਲਤੀ ਕੀਤੀ ਆ। ਇਹ ਅਸੀਂ ਅੱਕਦੇ ਨਹੀਂ ਥੱਕਦੇ ਨਹੀਂ, ਕਿਉਂਕਿ ਜੇ ਆਪਾਂ ਇੱਕ ਸਾਲ ਦੇ ਵਿੱਚ ਵਧੇ ਅੱਕੇ ਥੱਕੇ ਨਹੀਂ ਆ ਤੇ ਦੂਜੇ ਸਾਲ ਸਾਡੀ ਗਿਣਤੀ ਹੋਰ ਭਾਰੀ ਹੋਊਗੀ, ਤੇ ਇਹਨਾਂ ਨੂੰ ਜਿਹੜਾ ਜਿੱਥੋਂ ਤੁਰੇ ਸੀ ਉੱਥੇ ਵਾਪਸ ਲਿਆ ਕੇ ਇਹਨਾਂ ਨੂੰ ਤੇ ਫਿਰ ਦੱਸਾਂਗੇ ਵੀ ਕਿਸਾਨ ਤੇ ਮਜ਼ਦੂਰ ਦੀ ਏਕਤਾ ਕੀ ਹੁੰਦੀ ਆ। ਤੁਹਾਡੇ ਵੱਲੋਂ ਜਿਹੜਾ ਆਏ ਦਿਨ ਹੀ ਬੀਜੇਪੀ ਲੀਡਰਾਂ ਦਾ ਵਿਰੋਧ ਕੀਤਾ ਜਾਂਦਾ, ਪਰ ਬੀਜੇਪੀ ਲੀਡਰਾਂ ਦੇ ਘਰਾਂ ਦੇ ਬਾਹਰ ਵੀ ਜਿਹੜੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਪਰ ਬੀਜੇਪੀ ਲੀਡਰ ਜਿਹੜੇ ਅਸੀਂ ਦੇਖਦੇ ਹਾਂ ਜ਼ਿਆਦਾਤਰ ਬਾਹਰ ਮੀਟਿੰਗਾਂ ਕਰ ਰਹੇ ਨੇ, ਪ੍ਰੈਸ ਕਾਨਫਰੰਸ ਹੋ ਰਹੀਆਂ ਨੇ। ਉਹ ਜਿਹੜੇ ਬੀਜੇਪੀ ਲੀਡਰ ਨੇ ਜਿਨ੍ਹਾਂ ਦੇ ਘਰਾਂ ਦੇ ਬਾਹਰ ਤੁਸੀਂ ਬੈਠੇ ਹੋ, ਜਾਂ ਉਹ ਲੀਡਰ ਜਿਹੜੇ ਨੇ ਜਿਹੜੇ ਮੀਟਿੰਗਾਂ ਕਰ ਰਹੇ ਨੇ? ਵੇਖੋ ਜੀ, ਇਹ ਗੱਲ ਇਸ ਤਰ੍ਹਾਂ ਵਾ ਵੀ ਅਸੀਂ ਤੇ ਇੱਕ ਘਰ ਦੇ ਬਾਹਰ ਬਹਿ ਜੰਨੇ ਆ। ਇਹਨਾਂ ਨੇ ਜਿਹੜੀ 2 ਨੰਬਰ ਦੀ ਕਮਾਈ ਦੇ ਨਾਲ ਕਿੰਨੇ ਘਰ ਬਣਾਇਆ, ਕਿਤੇ ਇਹਨਾਂ ਨੂੰ ਸਰਕਾਰੀ ਕੋਠੀ ਅੰਮ੍ਰਿਤਸਰ ਵੱਖਰੀ, ਚੰਡੀਗੜ੍ਹ ਵੱਖਰੀ ਆ, ਦਿੱਲੀ ਵੱਖਰੀ, ਪਤਾ ਨਹੀਂ ਇਹਨਾਂ ਨੂੰ ਕਿੰਨਾ ਕੋਈ ਦਿੱਤਾ। ਜਿਹੜਾ ਸਾਡਾ ਜਿਹੜਾ ਰੋਜ਼ ਦਾ ਟੈਕਸ ਵਾ, ਸਵੇਰੇ ਉੱਠ ਕੇ ਬੁਰਸ਼ ਤੋਂ ਲੈ ਕੇ ਅਸੀਂ ਰਾਤ ਦੇ ਸੌਣ ਤੱਕ ਜਿਹੜਾ ਅਸੀਂ ਜਿਹੜਾ ਟੈਕਸ ਦੇਈ ਤੁਰੇ ਜਾਂਦੇ ਆ। ਸਵੇਰੇ ਉੱਠਦੇ ਆ, ਜਦੋਂ ਅਸੀਂ ਪੇਸਟ ਫੜਦੇ ਆ ਪਹਿਲਾਂ ਬੁਰਸ਼ ਤੇ ਲਾਉਣੇ, ਬੁਰਸ਼ ਦੇ ਵੱਖਰਾ ਟੈਕਸ, ਪੇਸਟ ਦੇ ਵੱਖਰਾ, ਬਸ ਫਿਰ ਚਾਹ ਪੀਂਦੇ ਆ ਪੱਤੀ ਦੇ ਵੱਖਰਾ ਟੈਕਸ, ਖੰਡ ਤੇ ਵੱਖਰਾ ਟੈਕਸ, ਫਿਰ ਮੋਟਰਸਾਈਕਲ ਫੜ ਕੇ ਤੁਰਨਾ ਹੁੰਦਾ ਵਾ। ਉਰ ਤੇ ਸੈਂਟਰ ਸਰਕਾਰ ਨੂੰ ਵੱਖਰਾ ਟੈਕਸ ਤੇ ਪੰਜਾਬ ਦੀ ਸਰਕਾਰ ਨੂੰ ਵੱਖਰਾ ਟੈਕਸ। ਇਹ ਜਿਹੜਾ ਸਾਡਾ ਟੈਕਸ ਵਾ ਉਹ ਸਾਰਾ ਟੈਕਸ ਲੈ ਕੇ ਤੇ ਇਹਨਾਂ ਨੂੰ ਕੋਠੀਆਂ ਬਣਾ ਕੇ ਦਿੱਤਾ, ਇਹਨਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ। ਇੱਕ ਨੂੰ 30 ਦੀ ਗਨਮੈਨ ਤੇ ਸਾਰਾ ਕੁਝ ਦਿੱਤਾ, ਗੱਡੀਆਂ ਦੇ ਵਿੱਚ ਤੇਲ ਜਿਹੜਾ ਉਹ ਸਾਡਾ। ਹੁਣ ਸਾਨੂੰ ਕੀ ਪਤਾ, ਅਸੀਂ ਤੇ ਜਿਹੜਾ ਇਹਦਾ ਘਰ ਸ਼ੁਰੂ ਤੋਂ ਵੇਖਿਆ ਉਹਦੇ ਅੱਗੇ ਬਹਿ ਜੰਨੇ, ਉੱਥੇ ਦੇ ਵੜਦੇ ਨਹੀਂ ਆ। ਬਾਹਰਲੀਆਂ ਕੋਠੀਆਂ ਦੇ ਵਿੱਚ ਜਾ ਕੇ ਭਾਵੇਂ ਕਾਨਫਰੰਸਾਂ ਕਰੀ ਜਾਣ, ਉੱਥੋਂ ਆ ਕੇ ਉੱਥੋਂ ਹੀ ਮੁੜ ਜਾਂਦੇ ਆ। ਅਸੀਂ ਤੇ ਜਿੱਥੇ ਇਹਨਾਂ ਦੇ ਜਿਹੜੇ ਹੱਕ ਹਲਾਲ ਦੀ ਕਮਾਈ ਵਾਲੇ ਉੱਥੇ ਬਹਿ ਕੇ ਇਹਨਾਂ ਨੂੰ ਡੀਕਦਾ ਵੀ ਕਿਤੇ ਆਉਣਗੇ, ਕਿਤੇ ਸਾਡੀ ਗੱਲ ਸੁਣਨਗੇ। ਪਰ ਇਹ ਹਰਾਮ ਦੀ ਕਮਾਈ ਵਾਲੇ ਜਿਹੜੀਆਂ ਉਹ ਕੋਠੀਆਂ ਦੇ ਅੱਗੇ ਤੇ ਉੱਥੋਂ ਹੀ ਮੁੜ ਜਾਂਦੇ ਆ ਤੇ ਬਾਹਰ ਹੀ ਕਾਨਫਰੰਸਾਂ ਕਰਦੇ ਆ, ਵੜਦੇ ਆਪਣੇ ਵੀ ਘਰਾਂ 'ਚ ਨਹੀਂ ਉੱਥੇ। ਕਿਹਾ ਜਾਂਦਾ ਕਿ ਜਿਨ੍ਹਾਂ ਦੇ ਆਪਣੇ ਧੀ ਪੁੱਤ ਹੁੰਦੇ ਨੇ ਉਹਨਾਂ ਨੂੰ ਤਾਂ ਦਰਦ ਜ਼ਰੂਰ ਆਉਂਦਾ ਹੈ, ਚਾਹੇ ਉਹ ਬੱਚਾ ਧੁੱਪ ਦੇ ਵਿੱਚ ਬੈਠਾ ਹੋਵੇ ਜਾਂ ਠੰਡ ਦੇ ਵਿੱਚ ਬੈਠਾ ਹੋਵੇ। ਪਰ ਬੀਜੇਪੀ ਵਾਲਿਆਂ ਨੂੰ ਮਾਸਾ ਵੀ ਦਰਦ ਨਹੀਂ ਆ ਰਿਹਾ ਕਿਸਾਨ ਵੀਰਾਂ ਦੇ। ਉਹ ਠੰਡ ਵੀ ਹੰਡਾ ਲਈ ਉਹਨਾਂ ਨੇ ਉੱਥੇ ਹੀ, ਹੁਣ ਫਿਰ ਗਰਮੀ ਦੇ ਜਿਹੜੇ ਜੂਨ ਹਾੜ ਦਾ ਮਹੀਨਾ ਚੱਲ ਰਿਹਾ ਉਹ ਵੀ ਉੱਥੇ ਹੰਡਾ ਰਹੇ ਨੇ। ਇੰਨਾ ਕਿਉਂ ਇਸ ਤਰ੍ਹਾਂ ਦਾ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਕਿ ਦਰਦ ਕਿਉਂ ਨਹੀਂ ਜ਼ਾਹਰ ਕੀਤਾ ਜਾ ਰਿਹਾ, ਕਿਸਾਨਾਂ ਦਾ ਦਰਦ ਕਿਉਂ ਨਹੀਂ ਨਜ਼ਰ ਆ ਰਿਹਾ ਉਹਨਾਂ ਨੂੰ? ਕਿਉਂਕਿ ਉਹਨਾਂ ਦੇ ਬੱਚੇ ਕਦੀ ਧੁੱਪੇ ਰਹੇ ਨਹੀਂ ਆ। ਜੇ ਧੁੱਪੇ ਰਹਿਣ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਦਰਦ ਕੀ ਹੁੰਦਾ ਵਾ। ਪਹਿਲੀ ਗੱਲ ਤੇ ਮੋਦੀ ਸਾਹਿਬ ਦਾ ਹੈ ਹੀ ਕੁਝ ਨਹੀਂ ਹੈ, ਜਿਹੜੀ ਘਰ ਦੀ ਉਹਨੇ ਆਪ ਜੋ ਕੇ ਛੱਡੀ ਆ। ਤੇ ਬਾਕੀ ਜਿਹੜੇ ਦੂਜੇ ਆ ਉਹਨਾਂ ਦੇ ਬੱਚੇ ਏਸੀ ਦੇ ਵਿੱਚ ਵਾ, ਉਹਨਾਂ ਨੂੰ ਕੋਈ ਗੱਲਬਾਤ ਨਹੀਂ ਆ। ਉਹਨਾਂ ਨੂੰ ਬਾਹਰ ਪਤਾ ਲੱਗੇ ਧੁੱਪੇ ਆਉਣ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਧੁੱਪ ਦਾ ਕੀ ਆ। ਉਹਨਾਂ ਨੂੰ ਤਾਂ ਐਂ ਲੱਗਦਾ ਵਾ ਵੀ ਜੇ ਕੋਈ ਰਾਜਾ ਵਾ ਤੈਨੂੰ ਐਂ ਲੱਗਦਾ ਵੀ ਸਾਰੇ ਹੀ ਰਾਜੇ ਆ। ਜੇ ਕੋਈ ਦੁਖੀ ਉਹਨੂੰ ਦੁਖੀ ਦੇ ਦਰਦ ਦਾ ਪਤਾ ਵਾ, ਉਹਨਾਂ ਨੂੰ ਪਤਾ ਹੀ ਕੱਖ ਨਹੀਂ ਆ। ਬਾਹਰ ਆਉਣ, ਸਾਡੇ ਕੋਲ ਸੁਣ ਸਾਰੀ ਗੱਲਬਾਤ। ਵੇਖੋ ਅਸੀਂ ਆਪਣਾ ਜਿਹੜਾ ਵਾ ਪੂਰੇ ਦਾ ਪੂਰਾ ਜਿੰਨਾ ਵੀ ਹੁਣ ਆਪਾਂ ਇੱਥੇ ਕੀਤਾ ਵਾ, ਆਪਾਂ ਧਰਨਾ ਇੱਥੇ ਮੁਜ਼ਾਹਰਾ ਕੀਤਾ, ਉਹਦੇ ਵਿੱਚ ਸਾਨੂੰ ਪਤਾ ਵੀ ਸਾਡਾ ਕੀ ਨੁਕਸਾਨ ਹੋਊਗਾ। ਆਪਾਂ ਉਹਦੇ ਵਿੱਚ ਸੈਨੀਟਾਈਜ਼ਰ ਦੀ ਵਾਰੋ-ਵਾਰ ਵਰਤੋਂ ਕੀਤੀ ਆ, ਮੂੰਹ ਤੇ ਮਾਸਕ ਬੰਨੇ। ਸਾਨੂੰ ਪਤਾ ਵੀ ਸਾਡੇ ਕੋਲ ਜਿਹੜਾ ਕਰੋਨਾ ਬਿਮਾਰੀ ਇਹਦੀ ਬਾਬਤ ਨਹੀਂ ਲੜ ਸਕਦੇ, ਇੰਨਾ ਖਰਚਾ ਨਹੀਂ ਹੈ, ਤਾਂ ਅਸੀਂ ਪ੍ਰਬੰਧ ਕਰ ਰਹੇ ਹਾਂ। ਜਿਨ੍ਹਾਂ ਨੂੰ ਪਤਾ ਵੀ ਸਰਕਾਰੀ ਖਾਤੇ ਨਾਲ ਸਾਰਾ ਕੁਝ ਹੋਣਾ, ਉਹ ਕਿਉਂ ਕਰਨੇ ਇਹਦਾ? ਪਰ ਬੀਜੇਪੀ ਵਾਲੇ ਤਾਂ ਕਹਿੰਦੇ ਕਿਸਾਨ ਜਿਹੜੇ ਨੇ ਕਰੋਨਾ ਫੈਲਾ ਰਹੇ ਨੇ। 470 ਕਿਸਾਨ ਸ਼ਹੀਦ ਹੋਏ। ਉਹਨਾਂ ਨੇ ਕਿਹਾ ਵੀ ਤੁਹਾਡੀ ਹਰਿਆਣੇ ਦੀ ਸਰਕਾਰ ਜਿਹੜੀ ਬੀਜੇਪੀ ਦੀ, ਉਹ ਉੱਥੇ ਜਾ ਕੇ ਉਹਨਾਂ ਦੇ ਜਿਹੜਾ ਵਾ ਉਹ ਪੋਸਟਮਾਰਟਮ ਕਰਦੀ ਆ। ਉਹਨਾਂ ਨੂੰ ਪੁੱਛ ਕੇ ਵੇਖ ਲਓ ਵੀ ਕਿੰਨੇ ਦੇ ਵਿੱਚ ਆਇਆ ਵਾ। ਇਹਨਾਂ ਨੂੰ ਪੁੱਛ ਕੇ, ਸਾਡੀ ਸਰਕਾਰ ਨਹੀਂ, ਉੱਥੇ ਕਿਸਾਨਾਂ ਦੀ ਸਰਕਾਰ ਨਹੀਂ ਆ, ਇਹਨਾਂ ਦੀ ਸਰਕਾਰ ਵਾ। ਪੁੱਛ ਕੇ ਵੇਖੋ ਵੀ ਕਿਸਾਨੀ ਧਰਨੇ ਦੇ ਵਿੱਚੋਂ ਕਿੰਨੇ ਉਹਦੇ ਵਿੱਚ ਪੋਸਟਮਾਰਟਮ ਦੇ ਵਿੱਚ ਆਏ ਆ। ਉਹਦੇ ਵਿੱਚੋਂ ਇੱਕ ਵੀ ਨਹੀਂ ਆਇਆ। ਪਰ ਦੂਜੇ ਪਾਸੇ ਸਾਰੇ ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਯੂਪੀ ਦੇ ਵਿੱਚ ਤਰਾਈ ਮੱਚੀ ਪਈ ਹੈ। ਜਿੱਥੇ ਇਹਨਾਂ ਦੀਆਂ ਸਰਕਾਰਾਂ, ਉੱਥੇ ਲੋਕਾਂ ਦਾ ਮੰਦਾ ਹਾਲ ਹੋਣ ਡਿਆ ਵਾ। ਅੱਜ ਵੀ ਤੁਸੀਂ ਬੀਜੇਪੀ ਲੀਡਰ ਦੇ ਘਰ ਦੇ ਬਾਹਰ ਜਿਹੜੀਆਂ ਨੇ ਬਿੱਲ ਦੀਆਂ ਕਾਪੀਆਂ ਸਾੜੀਆਂ, ਕੋਈ ਆਸਵਾਸਨ ਦੇਣ ਲਈ ਵੀ ਬੀਜੇਪੀ ਲੀਡਰ ਨਹੀਂ ਮਿਲਦਾ। ਕੀ ਵਜ੍ਹਾ ਕੀ ਹੈ, ਕਿਉਂ ਨਹੀਂ ਮਿਲਦੇ ਤੁਹਾਨੂੰ? ਇਹਨਾਂ ਦੇ ਜ਼ਮੀਰਾਂ ਮਰ ਚੁੱਕੀਆਂ, ਕੁਰਸੀ ਦੇ ਨਾਲ ਇੰਨਾ ਪ੍ਰੇਮ ਹੈ ਇਹਨਾਂ ਨੂੰ, ਇਹ ਨਹੀਂ ਪਤਾ ਵੀ ਵੋਟਾਂ ਮੰਗਣ ਜਾਣਾ ਕਿੱਥੇ ਆ। ਇਹਨਾਂ ਦੇ ਘਰਾਂ 'ਚ ਹੀ ਜਾਣਾ ਪੈਣਾ ਵਾ, ਵੋਟਾਂ ਇਹਨਾਂ ਕੋਲ ਮੰਗਣੀਆਂ ਪੈਣੀਆਂ। ਜੇ ਲੋਕ ਅੱਜ ਨਹੀਂ ਬਾਹਰ ਨਿਕਲਦੇ, ਲੋਕਾਂ ਵੀ ਬੂਹੇ ਬੰਦ ਕਰ ਲੈਣੇ ਆ। ਲੋਕਾਂ ਨੇ ਇਹਨਾਂ ਦੀ ਤਿਆਰੀ ਆਸਤੇ ਆਪਣੇ ਛਿੱਤਰ ਬੂਹਿਆਂ ਦੇ ਟੰਗੇ ਆ ਵੀ ਕਦੋਂ ਆਉਣਗੇ, ਕਦੋਂ ਇਹਨਾਂ ਦੀਆਂ ਬਾਹਾਂ ਫੜ ਕੇ ਆਪਾਂ ਸਵਾਲ ਪੁੱਛਾਂਗੇ ਇਹਨਾਂ ਨੂੰ। ਇਸ ਤਰ੍ਹਾਂ ਅੰਦਰ ਵੜ ਕੇ ਕਿੰਨਾ ਕੁ ਚਿਰ ਕੱਟ ਲੈਣਗੇ। ਦੂਜੇ ਪਾਸੇ ਤੁਸੀਂ ਜਿੱਥੇ ਇਹ ਸਾਨੂੰ ਡੱਕੀਏ ਨਾ ਵੀ ਨਾ ਆਓ, ਜਿੱਥੇ ਕੋਈ ਹੋਵੇ ਉੱਥੇ ਧੱਕੇ ਨਾ ਵੜਦੇ ਲੜਾਈਆਂ ਲੈਣ ਨੂੰ। ਜਦੋਂ ਅਸੀਂ ਇਹਨਾਂ ਦੇ ਬੂਹੇ ਦੇ ਵਿੱਚੋਂ, ਇਹ ਕਿਸਾਨ ਵਾ ਇੱਕ ਜਿਹਦੇ ਆਪਾਂ ਬੂਹੇ ਜਾਪਾ ਰਜਿੰਦਰ ਮੋਹਨ ਛੀਨੇ ਦੇ 100+ ਏਕੜ ਦੀ ਜ਼ਮੀਨ ਵਾ, ਇਹਦੀ ਜ਼ਮੀਨ ਜਗਾਉਣ ਵਾਸਤੇ ਆਏ ਆ ਵੀ ਤੂੰ ਇੱਕ ਵਾਰੀ ਹਾਂ ਦਾ ਨਾਰਾ ਤੇ ਮਾਰ, ਤੂੰ ਇੱਕ ਵਾਰੀ ਬੋਲ ਤੇ ਸਹੀ ਵੀ ਕੀ ਆ ਤੇਰਾ ਉਹ ਯਾਰ ਵਾ, ਤੂੰ RSS ਦਾ ਖਾਸ ਬੰਦਾ, ਕਿਤੇ ਲਿਖ ਕੇ ਤੇ ਪਾ ਵੀ ਇਹਨਾਂ ਕਿਸਾਨਾਂ ਦਾ ਦਰਦ ਤੇ ਸੁਣੋ। ਪਰ ਇਹਦੀ ਜ਼ਮੀਨ ਜਗਾਉਣ ਵਾਸਤੇ ਆਏ, ਨਹੀਂ ਬਾਹਰ ਆਇਆ ਤੇ ਇਹਦੀ ਮਰਜ਼ੀ, ਪਰ ਆਉਣਾ ਫਿਰ ਉਹਨਾਂ ਘਰਾਂ 'ਚ ਗਿਆ। ਫਿਰ ਸਭ ਤੋਂ ਵੱਧ ਮਿੰਨਤਾਂ ਵੀ ਇਹੋ ਹੀ ਮਾਰਦਾ ਹੁੰਦਾ ਆ ਕੇ ਵੀ ਕੋਈ ਤੇ ਮੇਰੀ ਗੱਲ ਸੁਣੋ। ਵੀਰ ਜੀ, ਤੁਸੀਂ ਕਹਿੰਦੇ ਹੋ ਜੇ ਵੋਟਾਂ ਲੈ ਲਈ ਆਉਣਗੇ ਤਾਂ ਅਸੀਂ ਵੋਟਾਂ ਨਹੀਂ ਦੇਵਾਂਗੇ ਜਾਂ ਇਹਨਾਂ ਨੂੰ ਭਜਾਵਾਂਗੇ, ਪਰ ਜਿਹੜੀ ਬੀਜੇਪੀ ਲੀਡਰ ਨੇ ਉਹਦਾ ਪੱਬਾ ਭਾਰ ਹੋਈ ਫਿਰਦੇ ਨੇ ਕਿ ਅਸੀਂ ਬੀਜੇਪੀ ਦੇ ਚੁਣਾਵ ਨੇ ਜਿਹੜੇ ਆਪਣੇ ਬਲਬੂਤੇ ਜਿੱਤਨੇ ਨੇ 2022 ਦੇ ਵਿੱਚ ਜਿਹੜਾ CM ਵੀ ਬੀਜੇਪੀ ਦਾ ਬਣਾਵਾਂਗੇ। ਵੇਖੋ ਜੀ, ਇੱਥੇ ਸੁਪਨੇ ਵੇਖਣ ਦਾ ਸਾਰਿਆਂ ਨੂੰ ਹੱਕ ਵਾ, ਜਿਹੜੇ ਮਰਜ਼ੀ ਉਹ ਸੁਪਨੇ ਵੇਖੀ ਜਾਣ। ਬਾਕੀ ਇਹ ਵੀ ਜਿਹੜਾ ਉਹ ਬੀਜੇਪੀ ਨੇ ਇੱਕ ਦਲਿਤ ਪੱਤਾ ਖੇਡਿਆ ਵਾ ਵੀ ਆਪਾਂ ਜਿਹੜਾ CM ਆ ਉਹ ਦਲਿਤਾਂ 'ਚ ਬਣਾਵਾਂਗੇ, ਅਸੀਂ ਉਹਦਾ ਸਵਾਗਤ ਕਰਦੇ ਆ ਵੀ ਕੋਈ ਗੱਲ ਨਹੀਂ ਬਣਾਓ। ਪਰ ਉਹਨਾਂ ਵਾਸਤੇ ਪਹਿਲਾਂ ਯੂਪੀ ਦੇ ਮੰਦਿਰ ਤੇ ਖੋਲੋ, ਉਹਨਾਂ ਮੰਦਿਰਾਂ ਦੇ ਵਿੱਚ ਤੇ ਉਹਨਾਂ ਨੂੰ ਵੜ ਨਹੀਂ ਦਿੰਦੇ ਤੁਸੀਂ। ਉਹਨਾਂ ਦੇ ਮਨ ਦੀ ਇੱਕ ਸ਼ਰਧਾ ਵਾ ਵੀ ਅਸੀਂ ਜਾ ਕੇ ਮੱਥਾ ਟੇਕੀ ਉੱਥੇ, ਉਹਨਾਂ ਨੂੰ ਵੜ ਨਹੀਂ। ਜੇ ਚਲੇ ਜਾਣ ਤਾਂ ਉਹਨੂੰ 4-4 ਵਾਰੀ ਕੱਚੀ ਲੱਸੀ ਨਾਲ ਧੋਂਦੇ ਜੇ। ਉਹਨਾਂ ਦਲਿਤਾਂ ਨੂੰ ਕੁੱਟਿਆ ਜਾਂਦਾ, ਕਿਹਨੂੰ CM ਤੁਸੀਂ ਬਣਾਓਗੇ ਇੱਥੇ? ਜੇ ਇੱਕ ਨੂੰ ਬਣਾ ਵੀ ਦਿਓਗੇ ਤੁਸੀਂ, ਰਾਸ਼ਟਰਪਤੀ ਵੀ ਤੇ ਆਪਣਾ ਜਿਹੜੀ ਕਠਪੁਤਲੀ ਬਣਾਇਆ ਹੈ ਇੱਕ, ਉਹ ਕਿੰਨਾ ਕੁ ਦਲਿਤਾਂ ਨੂੰ ਜਾ ਕੇ ਮਿਲ
ਵੱਜਦਾ ਵਾ। ਇਸ ਕਰਕੇ ਇਹਨਾਂ ਦਾ ਇਹ ਆ, ਇਹ ਜਿਹੜਾ ਭਰਮ ਭੁਲੇਖਾ ਹੈ ਸਾਰਾ ਇੱਥੇ ਪੰਜਾਬ ਦੇ ਵਿੱਚੋਂ ਕਿ ਪੂਰੇ ਹਿੰਦੁਸਤਾਨ 'ਚ ਦੂਰ ਕਰਾਂਗੇ। ਲਾਸਟ ਸਵਾਲ ਹੈ ਜੀ ਮੇਰਾ, ਸਿੱਧੂ ਸਾਹਿਬ ਨੇ ਜਿਹੜੇ ਉਹ ਵੀ ਐਕਟਿਵ ਰਹੇ ਨੇ, ਪਿਛਲੇ ਦਿਨੀ ਵੀ 26 ਤਰੀਕ ਨੂੰ ਤੁਸੀਂ ਕਾਲਾ ਦਿਵਸ ਮਨਾਇਆ, ਉਹਨਾਂ ਨੇ ਝੰਡਾ ਫਹਿਰਾਇਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ। ਕੀ ਸਮਝਦੇ ਹੋ ਹਮਦਰਦੀ ਹੈ ਕਿਸਾਨਾਂ ਨਾਲ ਜਾਂ ਉਹਦੇ ਵਿੱਚ ਵੀ ਰਾਜਨੀਤੀ ਹੈ? ਗੰਗਾ ਕਹੇ ਤੇ ਗੰਗਾ ਰਾਮ, ਜਮਨਾ ਕਹੇ ਤੇ ਜਮਨਾ ਦਾਸ। ਉਹ ਤੇ ਇਹੋ ਜਿਹਾ ਬੰਦਾ ਵਾ 4 ਸਾਲ ਇੱਕ ਪਾਰਟੀ 'ਚ ਸੁੱਖ ਭੋਗ ਕੇ ਫਿਰ ਦੂਜੀ ਦਾ ਲੱਭਦਾ। ਉਹ ਇਹ ਵੇਂਦਾ ਵਾ ਵੀ ਨਵੀਂ ਕਿਹੜੀ ਆਉਣੀ ਆ, ਉਹਦੇ ਵੱਲ ਨੂੰ ਆਪਾਂ ਚੱਲੀਏ। ਉਸੇ ਸੰਬੰਧ ਦੇ ਵਿੱਚ ਉਹਨੂੰ ਕੋਈ ਕਿਸਾਨੀ ਨਾਲ ਨਹੀਂ। ਜੇ ਕਿਸੇ ਨੂੰ ਕਿਸਾਨੀ ਦੇ ਨਾਲ ਇਹਨਾਂ ਨੂੰ ਦਰਦ ਹੋਵੇ ਲੀਡਰਾਂ ਨੂੰ, ਤੇ ਲੀਡਰ ਜਿਹੜੇ ਆ ਜ਼ਰੂਰ ਆਪਣੇ ਜਿਹੜੇ ਆ ਇਹ ਕਰਕੇ ਤੇ ਉੱਥੇ ਦਿੱਲੀ ਪਹੁੰਚਣ, ਜ਼ਰੂਰ ਆਪਣੇ ਜਿਹੜੇ ਅਸਤੀਫੇ ਦੇ ਕੇ। ਪਰ ਇਹ ਤੇ ਨਵੀਂ ਪਾਰਟੀ ਲੱਭਦੇ ਆ। ਹੁਣ ਇੱਕ ਦੇ ਬਰਖਲਾਫ ਬੋਲੀ ਜਾਂਦਾ ਜੇ ਉਹਨੂੰ ਸਮਝ ਨਹੀਂ ਆਉਂਦੀ ਵੀ ਆਉਣ ਵਾਲੀ ਕਿਹੜੀ ਆ। ਜੇ ਉਹਨੂੰ ਮਾੜਾ ਮੋਟਾ ਪਤਾ ਲੱਗ ਜੇ ਭੱਜ ਕੇ ਉਧਰ ਨੂੰ ਜਾਵੇ, ਉਹ ਸਾਡਾ ਕੋਈ ਹਮਦਰਦੀ ਨਹੀਂ ਸਿਰੇ, ਉਹਨੂੰ ਮਗਰਮੱਛ ਦੇ ਅੰਜੂ ਆਪਣੀ ਕੁਰਸੀ ਲੱਭਣ ਵਾਸਤੇ ਆ, ਹੋਰ ਉਹਦਾ ਕੋਈ ਕਿਸੇ ਨਾਲ ਪ੍ਰੇਮ ਬਹੁ ਵਾਸਤਾ ਨਹੀਂ ਹੈ। ਕਿੰਨੇ ਦੇ ਦਿਨ ਹੋਰ ਅੰਦੋਲਨ ਚੱਲੇਗਾ? ਕਿਉਂਕਿ ਇਹ ਬਿੱਲ ਤਾਂ ਰੱਦ ਨਹੀਂ ਹੋ ਰਹੇ, ਤੁਹਾਡੇ ਵੱਲੋਂ ਅੰਦੋਲਨ ਕਿੰਨੇ ਦਿਨ ਚੱਲੇਗੇ ਹੋਰ? ਜਿੰਨਾ ਚਿਰ ਤੱਕ ਬਿੱਲ ਰੱਦ ਨਹੀਂ ਹੁੰਦੇ ਉਹਨਾਂ ਚਿਰ ਤੱਕ ਹੀ ਇਹ ਅੰਦੋਲਨ ਚੱਲੇਗਾ। ਕਿਉਂਕਿ ਨਾ ਤਾਂ ਅਸੀਂ ਅੱਕਣ ਵਾਲੇ ਆ ਨਾ ਥੱਕਣ ਵਾਲੇ ਆ। ਇਹ ਸਾਡੀ ਰੋਜੀ ਰੋਟੀ ਦਾ ਸਵਾਲ ਆ। ਰੋਜੀ ਰੋਟੀ ਆਸਤੇ ਤਾਂ ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ ਦੀ ਧਰਤੀ ਤੇ ਜਾ ਕੇ ਆਪਣੇ ਝੰਡੇ ਗੱਡਤੇ ਆ। ਇਹ ਤੇ ਫਿਰ ਸਾਡਾ ਪੰਜਾਬ ਆ, ਇੱਥੇ ਆਪਾਂ ਕਿਤਰਾ ਛੱਡ ਦਾਂਗੇ ਇਸ ਪੰਜਾਬ ਨੂੰ। ਇਸ ਕਰਕੇ ਅਸੀਂ ਇਹਦੇ ਪੰਜਾਬ ਦੇ ਜਿਹੜੇ ਵਾਲੀ ਵਾਰਸ ਵਾ, ਇਹ ਭਗਤ ਸਿੰਘ ਦਾ ਪੰਜਾਬ, ਸੁਪਨਿਆਂ ਦਾ ਪੰਜਾਬ, ਅਸੀਂ ਪੂਰੀ ਤਨ ਮਨ ਤੇ ਧਨ ਦੇ ਨਾਲ ਇਹਦੀ ਰਾਖੀ ਕਰਾਂਗੇ। ਇਹਦੀ ਬਾਬਤੀ ਆਪਾਂ ਨੂੰ ਭਾਵੇਂ 2024 ਤੱਕ ਵੀ ਲੜਨਾ ਪਵੇ, ਮੋਦੀ ਨੂੰ ਮਿੱਟੀ 'ਚ ਮਿਲਾਉਣਾ ਪਵੇ, ਮਿਲਾ ਕੇ ਆਪਣੇ ਬਿੱਲ ਜਿਹੜੇ ਆ ਵਾਪਸ ਕਰਾ ਕੇ ਫਿਰ ਹੀ ਪੰਜਾਬ ਦੀ ਧਰਤੀ ਤੇ ਆਵਾਂਗੇ। ਮਿਹਰਬਾਨੀ ਜੀ। ਸੋ ਅਸੀਂ ਕਿਸਾਨ ਵੀਰ ਜਿਨ੍ਹਾਂ ਵੱਲੋਂ ਅੱਜ ਫਿਰ ਬੀਜੇਪੀ ਲੀਡਰਾਂ ਦੇ ਘਰਾਂ ਦੇ ਬਾਹਰ ਜਿਹੜੇ ਨੇ ਆਰਡੀਨੈਂਸ ਬਿੱਲ ਜਿਹੜੇ ਪਾਸ ਹੋਏ ਸੀ, ਉਹਨਾਂ ਦਾ ਜਿਹੜਾ ਚਾਪੀਆਂ ਸਾੜ ਕੇ ਵਿਰੋਧ ਕੀਤਾ ਜਾ ਰਿਹਾ ਅਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਬਿੱਲ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਸ ਤਰ੍ਹਾਂ ਦੇ ਅੰਦੋਲਨ ਜਾਰੀ ਰਹਿਣਗੇ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ। ਤੁਸੀਂ ਜੁੜੇ ਰਹੋ ਚੈਨਲ ਪੰਜਾਬ ਦੇ ਨਾਲ।